ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵੱਗਿਆ ਪਰਮੇਸ਼ਰ ਹੈ। ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ, ਇਸ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ। ਨਿਤ ਪ੍ਰਤੀ ਦਿਨ ਸਾਨੂੰ ਆਪਣਾ ਜੀਵਨ ਦੇ ਕੇ ਆਪਣੀ ਮਹਿਮਾ ਸਾਡੇ ਜੀਵਨ ਦੇ ਵਿੱਚੋਂ ਲੈਣਾ ਹੈ, ਉਸ ਦੇ ਲਈ ਅਸੀਂ ਤੇਰੀ ਵਡਿਆਈ ਕਰਦੇ ਹਾਂ। ਅੱਜ ਦੇ ਦਿਨ ਦਾ ਸਾਨੂੰ ਪਰਮੇਸ਼ਰ ਪਿਤਾ ਵਚਨ ਦੇ, ਜਿਸ ਦੇ ਨਾਲ ਸਾਡੀ ਆਤਮਾ ਦੀ ਪਰਮੇਸ਼ਰਤਾ ਤ੍ਰਿਪਤੀ ਹੋ ਸਕੇ ਅਤੇ ਉਸ ਦੇ ਵਿੱਚ ਚੱਲ ਕੇ ਅਸੀਂ ਪਰਮੇਸ਼ਰਤਾ ਤੇਰੀ ਜਿਉਂਦੀ ਆਸ ਦੇ ਵਿੱਚ ਬਣੇ ਪਾਏ ਜਾਈਏ ਔਰ ਤੇਰਾ ਹੀ ਨਾਮ ਸਾਡੇ ਵਿੱਚ ਆਦਰ, ਮਾਣ ਅਤੇ ਸਨਮਾਨ ਦੇ ਨਾਲ ਉੱਚਾ ਹੋ ਸਕੇ। ਅਜਿਹਾ ਹੋਣ ਦੇ ਲਈ ਮਦਦ ਕਰ। ਇਸ ਵਚਨ ਨੂੰ ਬੋਲਣ ਵਾਲੇ ਨੂੰ, ਸੁਣਨ ਵਾਲੇ ਨੂੰ, ਦੋਨਾਂ ਨੂੰ ਤੌਫੀਕ ਦੇ ਤਾਂ ਕਿ ਤੇਰੀ ਮਹਿਮਾ ਹੋਵੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਪਹਿਲਾ ਯਹੋਨਾ 1:27। ਇੱਥੇ ਲਿਖਿਆ ਹੈ, ਉਹ ਮਸਾ ਜੋ ਤੁਸਾਂ ਉਹਦੀ ਵੱਲੋਂ ਪਾਇਆ ਸੋ ਤੁਹਾਡੇ ਵਿੱਚ ਕਾਇਮ ਰਹਿੰਦਾ ਹੈ ਅਤੇ ਤੁਹਾਨੂੰ ਸਭ ਕੁਝ ਲੋੜ ਨਹੀਂ ਭਾਈ ਕੋਈ ਤੁਹਾਨੂੰ ਸਿੱਖਿਆ ਦੇਵੇ, ਸਗੋਂ ਜਿਵੇਂ ਉਹਦਾ ਮਸਾ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਅਤੇ ਸੱਚ ਹੈ, ਝੂਠ ਨਹੀਂ, ਅਤੇ ਜਿਵੇਂ ਉਹਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹਦੇ ਵਿੱਚ ਕਾਇਮ ਵੀ ਰਹੋ। ਮੇਰਾ ਜੋ ਇਸ ਦੇ ਨਾਲ ਸਬਜੈਕਟ ਵਿਸ਼ਾ ਨਿਕਲਿਆ ਹੈ ਉਹ ਹੈ ਸਾਡੀ ਸੁਰੱਖਿਆ ਅਤੇ ਸਿੱਖਿਆ ਦੇ ਲਈ ਪਰਮੇਸ਼ਰ ਰਾਹੀਂ ਸਾਨੂੰ ਦਿੱਤਾ ਗਿਆ ਪਵਿੱਤਰ ਆਤਮਾ। ਸਾਡੀ ਸੁਰੱਖਿਆ ਅਤੇ ਸਿੱਖਿਆ ਦੇ ਲਈ ਪਰਮੇਸ਼ਰ ਰਾਹੀਂ ਸਾਨੂੰ ਦਿੱਤਾ ਗਿਆ ਪਵਿੱਤਰ ਆਤਮਾ। ਅਗਰ ਅਸੀਂ ਇੱਥੇ ਪਵਿੱਤਰ ਆਤਮਾ ਦਾ ਇੱਕ ਨਾਮ ਮਸਾ ਹੈ ਤਾਂ ਅਸੀਂ ਉਸ ਦਾ ਅਰਥ ਵੀ ਇਹ ਸਮਝਦੇ ਹਾਂ। ਮਸਾ ਦਾ ਮਤਲਬ ਸਾਡੇ ਉੱਤੇ ਪਰਮੇਸ਼ਰ ਦਾ ਦਿੱਤਾ ਹੋਇਆ ਉਹ ਆਤਮਾ, ਜਿਹੜਾ ਇਸ ਯੁੱਗ ਦੇ ਵਿੱਚ ਔਰ ਇਸ ਵਰਤਮਾਨ ਸਮੇਂ ਦੇ ਵਿੱਚ ਸਾਨੂੰ ਜਿਉਣ ਦੇ ਲਈ, ਸਾਨੂੰ ਚੱਲਣ ਦੇ ਲਈ, ਸਾਨੂੰ ਸਿੱਖਿਆ ਦੇਣ ਦੇ ਲਈ, ਸਾਨੂੰ ਹੋਣ ਵਾਲੀਆਂ ਗੱਲਾਂ ਦੇ ਵਿੱਚ ਜਾਣੂ ਹੋਣ ਦੇ ਲਈ ਅਤੇ ਉਸ ਦੇ ਰਾਹੀਂ ਪਰਮੇਸ਼ਰ ਪੁੱਤਰ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਇਹ ਦਿੱਤਾ ਗਿਆ ਪਰਮੇਸ਼ਰ ਦਾ ਆਤਮਾ ਹੈ, ਜਿਸ ਨੂੰ ਪਹਿਲਾ ਯਹੋਨਾ ਦੇ ਵਿੱਚ ਯਹੋਨਾ ਨੇ ਇਸ ਪਵਿੱਤਰ ਆਤਮਾ ਦੇ ਬਾਰੇ ਸਾਫ਼ ਤੌਰ ਤੇ ਲਿਖਿਆ, ਉਹ ਮਸਾ ਜੋ ਤੁਸਾਂ ਉਹਦੀ ਵੱਲੋਂ ਪਾਇਆ ਹੈ। ਉਹ ਮਸਾ ਜੋ ਤੁਸੀਂ ਉਹਦੀ ਵੱਲੋਂ ਮਤਲਬ ਪਰਮੇਸ਼ਰ ਵੱਲੋਂ ਉਹਦੇ ਪੁੱਤਰ ਯਸੂ ਮਸੀਹ ਦੇ ਰਾਹੀਂ ਪਾਇਆ ਹੈ। ਅੱਜ ਅਸੀਂ ਇਸ ਮਸਾ ਦੇ ਵਿੱਚ ਮੈਂ ਕੁਝ ਗੱਲਾਂ ਆਪ ਦੇ ਨਾਲ ਕਰਨੀਆਂ ਚਾਹੁੰਦਾ ਹਾਂ। ਜੋ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈ ਉਸ ਦਾ ਕੰਮ ਕੀ ਹੈ, ਉਸ ਦਾ ਸਾਡੇ ਜੀਵਨ ਦੇ ਵਿੱਚ ਪ੍ਰਯੋਜਨ ਕੀ ਹੈ, ਕਿਉਂਕਿ ਇੱਥੇ ਪਰਮੇਸ਼ਰ ਨੇ ਸਾਡੀ ਸੁਰੱਖਿਆ ਅਤੇ ਸਿੱਖਿਆ ਦੇ ਲਈ ਇਹ ਸਾਨੂੰ ਦਿੱਤਾ ਹੈ। ਔਰ ਇਸ ਨੂੰ ਅਗਰ ਅਸੀਂ ਸਮਝਣਾ ਹੈ ਤਾਂ ਸਾਨੂੰ ਪਹਿਲਾ ਯਹੋਨਾ ਦੀ ਅੰਜੀਲ 14 ਅਧਿਆਏ ਉਸ ਦੀ 16 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਅਤੇ ਮੈਂ ਅਤੇ ਪਿਤਾ ਕੋਲੋਂ ਮੰਗਾਂਗਾ ਔਰ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ, ਭਾਈ ਉਹ ਸਦਾ ਤੁਹਾਡੇ ਸੰਗ ਰਹੇ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਜਦੋਂ ਸੇਵਾ ਦੇ ਵਿੱਚ ਸਾਂ ਤਾਂ ਆਪਣੇ ਚੇਲਿਆਂ ਨੂੰ ਇਹ ਗੱਲ ਆਖ ਰਹੇ ਆ ਕਿ ਮੈਂ ਆਪਣੇ ਪਿਤਾ ਕੋਲੋਂ ਮੰਗਾਂਗਾ ਕਿ ਉਹ ਤੁਹਾਨੂੰ ਦੂਜਾ ਸਹਾਇਕ ਦੇਵੇ, ਜਿਹੜਾ ਹਮੇਸ਼ਾ ਤੁਹਾਡੇ ਅੰਗ ਸੰਗ ਹੋਵੇ। ਹਮੇਸ਼ਾ ਅੰਗ ਸੰਗ ਹੋਣ ਦਾ ਮਤਲਬ ਹੈ ਮਸੀਹ ਯਸੂ ਸਾਡੇ ਨਾਲ ਹੋਵੇ। ਭਾਵ ਪਵਿੱਤਰ ਆਤਮਾ ਦਾ ਅਰਥ ਕੀ ਹੈ, ਪਵਿੱਤਰ ਆਤਮਾ ਕੌਣ ਹੈ, ਇਹ ਗੱਲ ਦੇ ਵਿੱਚ ਬਹੁਤ ਸਾਰੇ ਲੋਕ ਕਨਫਿਊਜ਼ ਹੈ। ਉਹ ਪਵਿੱਤਰ ਆਤਮਾ ਨੂੰ ਸਮਝਦੇ ਨਹੀਂ ਪਵਿੱਤਰ ਆਤਮਾ ਹੈ ਕੀ।
ਪਵਿੱਤਰ ਆਤਮਾ ਸਵੈ ਪ੍ਰਭੂ ਯਿਸੂ ਮਸੀਹ ਹੈ। ਅਗਰ ਇਸ ਦੇ ਬਾਰੇ ਅਸੀਂ ਸਮਝਣਾ ਹੈ, ਇਸ ਦੇ ਬਾਰੇ ਪੁਸ਼ਟੀ ਕਰਨੀ ਹੈ, ਤਾਂ ਮੈਂ ਇਹ ਆਪ ਨੂੰ ਅਲੱਗ ਤਰੀਕੇ ਨਾਲ ਸਮਝਾਵਾਂਗਾ। ਪਰ ਇੱਥੇ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਹੈ, ਜਿਸ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਪਿਤਾ ਦੇ ਕੋਲ ਮੰਗ ਰੱਖੀ। ਕਿਉਂਕਿ ਜਦ ਤੱਕ ਪ੍ਰਭੂ ਯਿਸੂ ਮਸੀਹ ਸਰੀਰ ਦੇ ਵਿੱਚ ਸੀ, ਉਹ ਹਰ ਇੱਕ ਜਗ੍ਹਾ ਦੇ ਉੱਤੇ ਕਿਰਿਆਸ਼ੀਲ ਨਹੀਂ ਸੀ ਹੋ ਸਕਦਾ। ਪਰ ਜਦੋਂ ਪਵਿੱਤਰ ਆਤਮਾ ਦੇ ਵਿੱਚ ਆਇਆ ਤਾਂ ਉਹ ਹਰ ਇੱਕ ਜਗ੍ਹਾ ਦੇ ਉੱਤੇ ਹਰ ਸਮੇਂ ਦੇ ਵਿੱਚ ਵਿਸ਼ਵਾਸੀ ਦੇ ਨਾਲ ਕਿਰਿਆਸ਼ੀਲ ਹੈ, ਉਸ ਦੀ ਸੁਰੱਖਿਆ ਦੇ ਲਈ, ਉਸ ਦੀ ਸਿੱਖਿਆ ਦੇ ਲਈ ਅਤੇ ਉਸ ਨੂੰ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੇ ਵਿੱਚ ਜਾਣੂ ਹੋਣ ਦੇ ਲਈ। ਤਿੰਨੇ ਪ੍ਰਯੋਜਨ ਉਸ ਦੇ ਪਵਿੱਤਰ ਆਤਮਾ ਦੇ ਰਾਹੀਂ ਸਾਨੂੰ ਨਜ਼ਰ ਆਉਂਦੇ ਆ। ਔਰ ਇੱਥੇ ਜਦੋਂ ਅਸੀਂ ਇਸ ਸੱਤ ਦੇ ਆਤਮਾ ਨੂੰ, ਭਾਵ ਪ੍ਰਭੂ ਯਿਸੂ ਮਸੀਹ ਦੇ ਆਤਮਾ ਨੂੰ ਜਦੋਂ ਅਸੀਂ 26 ਆਇਤ ਦੇ ਵਿੱਚ ਪੜ੍ਹਦੇ ਹਾਂ, 14 ਦੀ 26 ਦੇ ਵਿੱਚ, ਪਹਿਲੀ ਗੱਲ ਅਸੀਂ ਇੱਥੇ ਦੇਖਿਆ ਹੈ, ਪਰਮੇਸ਼ਰ ਦਾ ਆਤਮਾ ਸਾਡੀ ਸੁਰੱਖਿਆ ਦੇ ਲਈ ਹਮੇਸ਼ਾ ਸਾਡੇ ਅੰਗ ਸੰਗ ਹੈ। ਜੋ ਪੁਰਾਣੇ ਨਿਯਮ ਦੇ ਵਿੱਚ ਯਸ਼ਾਇਆ 41 ਦੇ ਵਿੱਚ ਪਰਮੇਸ਼ਰ ਨੇ ਕਿਹਾ ਸੀ, ਕੀ ਕਿਹਾ ਸੀ? ਨਾ ਡਰ ਨਾ ਘਾਬਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਮੈਂ ਤੈਨੂੰ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ, ਮੈਂ ਤੇਰੇ ਨਾਲ ਹਾਂ। ਇੱਧਰ ਉੱਧਰ ਨਾ ਦੇਖ, ਮੈਂ ਤੇਰਾ ਪਰਮੇਸ਼ਰ ਹਾਂ। ਮੈਂ ਤੈਨੂੰ ਸੱਜੇ ਹੱਥ ਨਾਲ ਕੀ ਦੇਵਾਂਗਾ? ਫਤਿਹ ਦੇਵਾਂਗਾ। ਕਿਤੇ ਵੀ ਤੂੰ ਜਾਏਗਾ ਮੈਂ ਤੈਨੂੰ ਫਤਿਹ ਦੇਵਾਂਗਾ ਸੱਜੇ ਹੱਥ ਦੇ ਨਾਲ। ਔਰ ਇੱਥੇ 26 ਆਇਤ ਦੇ ਵਿੱਚ ਕਹਿੰਦਾ ਹੈ ਪਰ ਉਹ ਸਹਾਇਕ ਅਰਥਾਤ ਪਵਿੱਤਰ ਆਤਮਾ ਜਿਹਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ, ਸੋ ਤੁਹਾਨੂੰ ਸਭੋ ਕੁਝ ਸਿਖਾਲੇਗਾ। ਇੱਕ ਤਾਂ ਸੁਰੱਖਿਆ ਕਰ ਰਿਹਾ ਉਹ ਹਰ ਟਾਈਮ ਦੇ ਵਿੱਚ, ਦੂਸਰਾ ਉਹ ਸਾਨੂੰ ਕੀ ਕਹਿ ਰਿਹਾ? ਸਿਖਾਲੇਗਾ। ਅਸੀਂ ਪਰਮੇਸ਼ਰ ਦੇ ਵਚਨ ਨੂੰ, ਪਰਮੇਸ਼ਰ ਦੇ ਵਚਨ ਦੀਆਂ ਭੇਤ ਦੀਆਂ ਗੱਲਾਂ ਨੂੰ, ਪਰਮੇਸ਼ਰ ਸਾਡੇ ਜੀਵਨ ਵਿੱਚ ਕੀ ਚਾਹੁੰਦਾ ਹੈ ਉਸ ਨੂੰ, ਪਰਮੇਸ਼ਰ ਦਾ ਸਾਡੇ ਜੀਵਨ ਵਿੱਚ ਕੀ ਪ੍ਰਯੋਜਨ ਹੈ ਉਸ ਗੱਲ ਨੂੰ, ਉਹਨੂੰ ਸਿੱਖਣ ਦੇ ਲਈ ਉਹ ਸਾਨੂੰ ਆਪਣੇ ਵਚਨ ਵਿੱਚੋਂ ਸਿਖਾਲੇਗਾ। ਇਹ ਵਚਨ ਮੈਨੂੰ ਆਪਣੇ ਆਪ ਸਮਝ ਨਹੀਂ ਆਏਗਾ ਜਦ ਤੱਕ ਪਰਮੇਸ਼ਰ ਦਾ ਆਤਮਾ ਮੈਨੂੰ ਸਮਝਣ ਦੇ ਲਈ ਆਪਣੀ ਸੋਝੀ ਨਾ ਦੇਵੇ। ਸੋਝੀ ਦੇਣ ਦੇ ਵਾਸਤੇ ਕੀ ਹੈ? ਮੈਂ ਆਪਣੇ ਆਪ ਨੂੰ ਪੂਰਨ ਰੀਤੀ ਦੇ ਨਾਲ, ਆਪਣੇ ਜੀਵਨ ਨੂੰ, ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਆਪਣੀਆਂ ਅੱਖਾਂ ਨੂੰ, ਆਪਣੇ ਕੰਨਾਂ ਨੂੰ, ਆਪਣੇ ਹੱਥਾਂ ਨੂੰ, ਆਪਣੇ ਪੈਰਾਂ ਨੂੰ ਪੂਰਨ ਰੀਤੀ ਨਾਲ ਪਰਮੇਸ਼ਰ ਤੇ ਉਸ ਆਤਮਾ ਦੇ ਪ੍ਰਤੀ ਸਰੈਂਡਰ ਕਰਨਾ ਹੈ। ਪ੍ਰਭੂ ਹੁਣ ਮੇਰਾ ਆਤਮਾ ਤੇਰੇ ਹੱਥ ਦੇ ਵਿੱਚ ਹੈ, ਇਹਨੂੰ ਆਪਣੀ ਮਰਜ਼ੀ ਨਾਲ। ਫਿਰ ਉਹ ਸਿਖਾਲੇਗਾ, ਫਿਰ ਇੱਕ ਇੱਕ ਗੱਲ ਮੈਨੂੰ ਸਮਝਾਏਗਾ, ਮੈਨੂੰ ਦੱਸੇਗਾ ਇਹ ਕੰਮ ਕਿਸ ਤਰ੍ਹਾਂ, ਕਿੱਦਾਂ ਹੋਣੇ, ਕਿਸ ਤਰੀਕੇ ਨਾਲ। ਜਦੋਂ ਅਸੀਂ ਆਪਣੇ ਆਪ ਨੂੰ ਆਪਣੇ ਮਾਤਾ ਪਿਤਾ ਦੇ ਸਮਰਪਿਤ ਕਰਦੇ ਹਾਂ, ਉਸ ਦੇ ਅਧੀਨ ਹੁੰਦੇ ਹਾਂ, ਤਾਂ ਹਰ ਇੱਕ ਚੀਜ਼ ਆਪਣੇ ਤਰੀਕੇ ਦੇ ਨਾਲ ਜੋ ਘਰ ਦੇ ਵਿੱਚ ਹੈ, ਕਿਹੜੀ ਚੀਜ਼ ਕਿੱਥੇ ਰੱਖਣੀ ਜਾਣੀ ਹੈ, ਕਿੱਦਾਂ ਕਰਨੀ ਹੈ, ਕੀ ਕਰਨਾ, ਉਹ ਸਾਨੂੰ ਸਮਝਾਉਂਦੇ ਆ। ਇਸੇ ਤਰ੍ਹਾਂ ਪਰਮੇਸ਼ਰ ਦਾ ਆਤਮਾ ਮੇਰੇ ਜੀਵਨ ਦੇ ਵਿੱਚ ਮੈਨੂੰ ਸਮਝਾਉਂਦਾ ਹੈ ਅਤੇ ਮੈਨੂੰ ਸਿਖਾਉਂਦਾ ਹੈ। ਔਰ ਇੱਥੇ ਕਹਿੰਦਾ ਹੈ ਉਹ ਤੁਹਾਨੂੰ ਸਿਖਾਲੇਗਾ ਅਤੇ ਸਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਕਰਾਵੇਗਾ। ਦੂਸਰੀ ਗੱਲ, ਪਹਿਲੀ ਉਹ ਸੁਰੱਖਿਆ ਦੀ ਅਸੀਂ ਦੇਖ ਲਈ ਹੈ, ਦੂਸਰੀ ਗੱਲ ਅਸੀਂ ਦੇਖ ਰਹੇ ਸਿਖਾਵੇਗਾ ਅਤੇ ਚੇਤੇ ਕਰਾਵੇਗਾ। ਪਰਮੇਸ਼ਰ ਦੇ ਆਤਮਾ ਦਾ ਕੰਮ ਸਿਖਾਉਣਾ ਤੇ ਚੇਤੇ ਕਰਾਉਣਾ। ਹੋਰ ਕੀ ਕੰਮ ਹੈ ਉਹ ਵੀ ਮੈਂ ਆਪ ਨੂੰ ਦੱਸ ਰਿਹਾ ਹਾਂ ਇਸ ਦੇ ਨਾਲ, ਸਿਖਾਉਣ ਦੇ ਨਾਲ। ਜਦੋਂ ਅਸੀਂ 16 ਅਧਿਆਏ ਉਸ ਦੀ 13 ਆਇਤ ਪੜ੍ਹਦੇ ਹਾਂ, ਇੱਥੇ ਲਿਖਿਆ ਹੈ ਪਰ ਜਦ ਉਹ ਅਰਥਾਤ ਸੱਚਾਈ ਦਾ ਆਤਮਾ, ਕਿਹਦਾ ਆਤਮਾ? ਸੱਚਾਈ ਦਾ ਆਤਮਾ। ਸੱਚਾਈ ਦਾ ਆਤਮਾ ਸਾਨੂੰ ਸਾਫ਼ ਰੀਤੀ ਨਾਲ ਪਤਾ ਲੱਗਦਾ ਹੈ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਸਵੈ ਉਹ ਆਤਮਾ ਦੇ ਵਿੱਚ ਪਰਿਵਰਤਿਤ ਹੋ ਕੇ ਮੇਰੇ ਕੋਲ ਹੈ, ਕਿਉਂਕਿ ਉਹਨੇ ਕਿਹਾ ਰਾਹ, ਸੱਚਾਈ ਅਤੇ ਜਿਉਣ ਮੈਂ ਹਾਂ। ਇਹਦਾ ਮਤਲਬ ਸੱਚ ਕੌਣ ਹੈ? ਯਿਸੂ ਮਸੀਹ। ਸੱਚ ਦਾ ਆਤਮਾ, ਇੱਥੇ ਲਿਖਿਆ ਹੈ ਸੱਚ ਦਾ ਆਤਮਾ ਆਵੇ ਤਦ ਉਹ ਸਾਰੀ ਸੱਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ। ਪਹਿਲੀ ਗੱਲ ਅਸੀਂ ਕੀ ਦੇਖਿਆ ਹੈ? ਉਹ ਸਾਨੂੰ ਸਿਖਾਏਗਾ ਅਤੇ ਚੇਤੇ ਕਰਾਏਗਾ। ਦੂਸਰੀ ਗੱਲ ਅਸੀਂ ਦੇਖ ਰਹੇ ਉਹ ਸਾਡੀ ਅਗਵਾਈ ਕਰੇਗਾ। ਜਦੋਂ ਅਸੀਂ ਪਰਮੇਸ਼ਰ ਪੁੱਤਰ ਨੂੰ ਆਪਣੇ ਜੀਵਨ ਵਿੱਚ ਸਵੀਕਾਰ ਕਰ ਲੈਂਦੇ ਹਾਂ, ਅਸੀਂ ਉਸ ਨੂੰ ਆਪਣਾ ਮੁਕਤੀਦਾਤਾ ਮੰਨ ਲੈਂਦੇ ਹਾਂ,
ਤਦ ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਆਉਂਦਾ ਹੈ, ਕਿਉਂਕਿ ਮੈਂ ਪੂਰਨ ਸਮਰਪਿਤ ਉਹਨੂੰ ਦੇ ਦਿੱਤਾ। ਹੁਣ ਉਹ ਕੀ ਕਹਿ ਰਿਹਾ ਪੌਲਸ ਗਲਾਤੀਆਂ 2:20 ਦੇ ਵਿੱਚ, ਹੁਣ ਮੈਂ ਜਿਉਂਦਾ ਨਹੀਂ, ਮੇਰੇ ਵਿੱਚ ਮਸੀਹ ਜਿਉਂਦਾ। ਜਦੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ ਪਵਿੱਤਰ ਆਤਮਾ ਦੇ ਸਰੂਪ ਦੇ ਵਿੱਚ, ਪਹਿਲੀ ਗੱਲ ਉਹ ਮੈਨੂੰ ਸਿਖਾਉਂਦਾ ਹੈ। ਹਰ ਇੱਕ ਗੱਲ ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਹੈ ਉਹ ਮੈਨੂੰ ਰਿਮੈਂਬਰ ਕਰਵਾਉਂਦਾ ਹੈ ਕਿ ਇਹ ਵਚਨ ਇੱਥੇ ਹੈ, ਇਸ ਵਚਨ ਦਾ ਪ੍ਰਯੋਜਨ ਆ ਹੈ, ਇਹ ਵਚਨ ਇਸ ਤਰ੍ਹਾਂ ਕਿਰਿਆਸ਼ੀਲ ਹੁੰਦਾ, ਇਸ ਵਚਨ ਦੇ ਨਾਲ ਤੁਸੀਂ ਆ ਕੰਮ ਕਰੋ। ਇਹਦਾ ਮਤਲਬ ਪਰਮੇਸ਼ਰ ਦਾ ਆਤਮਾ ਮੇਰੇ ਵਿੱਚ ਆਉਂਦਾ ਹੈ, ਉਹ ਮੈਨੂੰ ਕੀ ਕਰ ਰਿਹਾ, ਸਿਖਾਉਂਦਾ ਹੈ ਅਤੇ ਸਿਖਾਉਣ ਦੇ ਨਾਲ ਚੇਤੇ ਕਰਾਉਂਦਾ। ਫੇਰ ਕਹਿੰਦਾ ਉਹ ਮੇਰੀ ਅਗਵਾਈ ਕਰਦਾ ਹੈ। ਅਗਵਾਈ ਹਰ ਇੱਕ ਗੱਲ ਦੇ ਵਿੱਚ ਮੇਰੀ ਅਗਵਾਈ ਕਰਦਾ ਹੈ, ਕਿਉਂਕਿ ਵਿਸ਼ਵਾਸੀ ਜੋ ਹੈ ਉਹ ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕਰਕੇ ਰੱਖਦਾ ਹੈ, ਤੇ ਫਿਰ ਉਹ ਆਤਮਾ ਉਹਨੂੰ ਹਰ ਇੱਕ ਗੱਲ ਦੇ ਵਿੱਚ ਆਪਣੇ ਸਵਰਗੀ ਰਾਜ ਦੀ ਬੜੋਤਰੀ ਦੇ ਲਈ, ਆਪਣੇ ਸਵਰਗੀ ਰਾਜ ਦੇ ਕਾਰਜਾਂ ਦੇ ਲਈ, ਆਪਣੇ ਸਵਰਗੀ ਰਾਜ ਦੀ ਮਹਿਮਾ ਦੇ ਲਈ, ਆਪਣੇ ਸਵਰਗੀ ਰਾਜ ਦੀ ਵਡਿਆਈ ਦੇ ਲਈ ਉਸ ਦੀ ਅਗਵਾਈ ਕਰਦਾ ਹੈ। ਕਹਿੰਦਾ ਹੈ ਜਦੋਂ ਤੁਸੀਂ ਵਿਸ਼ਵਾਸ ਕਰੋਗੇ ਤਾਂ ਤੁਸੀਂ ਪਰਮੇਸ਼ਵਰ ਦਾ ਆਤਮਾ ਜਦੋਂ ਪਾਓਗੇ ਤਾਂ ਉਹ ਤਿੰਨ ਗੱਲਾਂ ਦੇ ਵਿੱਚ ਤੁਹਾਡੀ, He will teach you, He will guide you, He will remember you। ਔਰ ਅੰਤਿਮ ਗੱਲ ਜੋ ਇਸ ਦੇ ਨਾਲ ਜੁੜੀ ਹੋਈ ਹੈ ਉਹ ਵੀ ਮੈਂ ਪੜ੍ਹ ਰਿਹਾ, ਕਹਿੰਦਾ ਸੱਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਉਹ ਆਪਣੇ ਵੱਲੋਂ ਕੁਝ ਨਾ ਕਹੇਗਾ, ਸੋਈ ਆਖੇਗਾ ਅਤੇ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ ਹੋਣ ਵਾਲੀਆਂ ਗੱਲਾਂ। ਔਰ ਜਦੋਂ ਹੋਣ ਵਾਲੀਆਂ ਗੱਲਾਂ ਦੇ ਉੱਤੇ ਅਸੀਂ ਧਿਆਨ ਕਰਦੇ ਹਾਂ ਤਾਂ ਉਸ ਦੇ ਲਈ ਪਰਮੇਸ਼ਰ ਦਾ ਵਚਨ ਮੈਨੂੰ ਜੋ ਰਿਮੈਂਬਰ ਆਉਂਦਾ ਹੈ, ਮੈਂ ਉਹ ਆਪ ਦੇ ਲਈ ਇੰਗਲਿਸ਼ ਕੀ ਆਪਣਾ ਉਸ ਦੇ ਲਈ ਪ੍ਰਪੇਰੇਸ਼ਨ ਕੀਤਾ ਗਿਆ ਹੈ, ਮੈਂ ਉਹ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ 16:13 ਦੇ ਵਿੱਚ, ਇੱਥੇ ਲਿਖਿਆ and he will disclose to you what is come। ਇਹਦਾ ਮਤਲਬ ਉਹ ਤੁਹਾਨੂੰ ਹੋਣ ਵਾਲੀਆਂ ਗੱਲਾਂ ਡਿਸਕਲੋਜ਼ ਉਹ ਤੁਹਾਡੇ ਜੀਵਨ ਦੇ ਵਿੱਚ ਕਰੇਗਾ। ਇਹਦਾ ਮਤਲਬ ਹੈ ਪਵਿੱਤਰ ਆਤਮਾ ਦਾ ਜੋ ਕੰਮ ਹੈ ਮੇਰੇ ਜੀਵਨ ਦੇ ਵਿੱਚ ਉਹ ਇੱਥੇ ਸਾਫ਼ ਰੀਤੀ ਨਾਲ ਦੱਸ ਦਿੱਤਾ ਗਿਆ ਹੈ। ਪਹਿਲੀ ਗੱਲ ਸਿਖਾਵੇਗਾ ਅਤੇ ਰਿਮੈਂਬਰ ਕਰਾਵੇਗਾ। ਦੂਸਰੀ ਗੱਲ ਉਹ ਮੈਨੂੰ ਅਗਵਾਈ ਕਰੇਗਾ। ਤੀਸਰੀ ਗੱਲ ਉਹ ਮੈਨੂੰ ਭਵਿੱਖ ਦੇ ਵਿੱਚ ਹੋਣ ਵਾਲੀਆਂ ਗੱਲਾਂ ਮੈਨੂੰ ਦੱਸੇਗਾ। ਕਿਹਦੇ ਰਾਹੀਂ? ਪਰਮੇਸ਼ਰ ਦੇ ਵਚਨ ਦੇ ਰਾਹੀਂ। ਕਿਉਂਕਿ ਹੁਣ ਬਾਈਬਲ ਦੇ ਵਿੱਚ 2 ਤਿਮੋਥੀਅਸ ਜਦੋਂ ਅਸੀਂ ਉਸ ਦਾ 3 ਅਧਿਆਇ ਉਸ ਦੀ 16 ਅਤੇ 17 ਆਇਤ ਪੜ੍ਹਦੇ ਹਾਂ, ਕਹਿੰਦਾ ਸਾਰੀ ਲਿਖਤ ਇਹ ਪਰਮੇਸ਼ਰ ਦੇ ਵਚਨ ਦੀ ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ। ਇਹਦਾ ਮਤਲਬ ਇਹ ਲਿਖਤ ਪਰਮੇਸ਼ਰ ਦਾ ਜਿਹੜਾ ਆਤਮਾ ਹੈ ਉਹ ਮੈਨੂੰ ਦੱਸੇਗਾ ਇੱਕ ਇੱਕ ਗੱਲ, ਹੋਣ ਵਾਲੀ ਗੱਲ। ਪਰ ਜੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਤਾਂ, ਅਨਿਆਥਾ ਮੈਂ ਇਸ ਗੱਲ ਦੇ ਵਿੱਚ ਕਦੇ ਵੀ ਉਸ ਗੱਲ ਨੂੰ ਪ੍ਰਾਪਤ ਨਹੀਂ ਕਰ ਸਕਾਂ। ਔਰ ਇਸ ਦੇ ਨਾਲ ਮੈਂ ਇਹ ਵੀ ਆਪਣਾ ਦੇਖ ਰਿਹਾ ਹਾਂ ਕਿ ਇਹ ਜਿਹੜਾ ਪਰਮੇਸ਼ਰ ਦਾ ਆਤਮਾ ਹੈ, ਇਸ ਆਤਮਾ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਮੇਰੇ ਜੀਵਨ ਦੇ ਵਿੱਚ ਰਿਮੈਂਬਰ ਕੀਤੀਆਂ ਗਈਆਂ ਜੋ ਮੈਂ ਆਪ ਨੂੰ ਦੱਸਣਾ ਚਾਹਾਂ। ਅਸੀਂ ਜਾਣਦੇ ਹਾਂ ਕਿ ਆਖਰ ਦੇ ਦਿਨਾਂ ਵਿੱਚ ਅਸੀਂ ਇਹ ਅੰਤਿਮ ਦਿਨਾਂ ਵੱਲ ਵੱਧ ਰਹੇ ਹਾਂ। ਆਖਰ ਦੇ ਦਿਨਾਂ ਵਿੱਚ ਸਾਨੂੰ ਭਰਮਾਉਣ ਦੇ ਲਈ ਅਨੇਕ ਝੂਠੇ ਨਵੀ ਅਤੇ ਸਿੱਖਿਅਕ ਉੱਠ ਖੜੇ ਹੋਣਗੇ, ਕਿਉਂ ਜੋ ਮੇਰਾ ਨਾਮ ਧਾਰ ਕੇ ਬਥੇਰੇ ਇਹ ਕਹਿੰਦੇ ਹੋਣਗੇ ਜੋ ਮੈਂ ਮਸੀਹ ਹਾਂ ਅਤੇ ਬਹੁਤਿਆਂ ਨੂੰ ਭੁਲਾਵਿਆਂ ਵਿੱਚ ਪਾ ਦੇਣਗੇ। ਇਹੋ ਜਿਹੇ ਬੰਦਿਆਂ ਤੋਂ ਸਚੇਤ ਰਹਿਣ ਦੀ ਲੋੜ ਹੈ। ਪਵਿੱਤਰ ਆਤਮਾ ਸਿਖਾਉਂਦਾ ਹੈ। ਫਿਰ ਅੱਗੇ ਇਹ ਗੱਲ ਕਿੱਥੇ ਲਿਖੀ ਹੋਈ ਹੈ? ਮਤੀ ਦੀ ਅੰਜੀਲ ਉਸ ਦਾ 24 ਅਧਿਆਇ ਉਸ ਦੀ 5 ਆਇਤ ਦੇ ਵਿੱਚ। ਔਰ ਇਸ ਦੇ ਨਾਲ ਮੈਂ ਦੂਸਰੀ ਆਇਤ ਵੀ ਪੜ੍ਹ ਰਿਹਾ ਹਾਂ, ਜੋ
मतलब कि परमेश्वर ਦੇ वचन ਨੂੰ ਕਨਵਰਟ ਕਰ ਦਿੰਦੇ ਹੈ, ਜੋ ਪਰਮੇਸ਼ਰ ਦੇ वचन ਨੂੰ ਆਪਣੇ ਲਈ ਯੂਜ਼ ਕਰਦੇ ਹੈ, ਜੋ ਪਰਮੇਸ਼ਰ ਦੇ वचन ਨੂੰ ਆਪਣੇ ਢਿੱਡ ਦੇ ਲਈ ਇਸਤੇਮਾਲ ਕਰਦੇ ਹੈ, ਉਹਨਾਂ ਤੋਂ ਸਾਵਧਾਨ। ਕੀ ਕਹਿ ਰਿਹਾ ਦੂਸਰਾ ਕਰੰਥੀਆਂ 11 ਅਧਿਆਏ ਉਸ ਦੀ 13 ਤੋਂ 15 ਮੈਂ ਪੜ੍ਹ ਰਿਹਾ। ਇੱਥੇ ਲਿਖਿਆ ਹੈ, ਕਿਉਂ ਜੋ ਇਹੋ ਜਿਹੇ ਲੋਕ ਝੂਠੇ ਰਸੂਲ ਅਤੇ ਛਲ ਬਲ ਕਰਨ ਵਾਲੇ ਹਨ, ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਨਾਲ ਵਟਾਉਂਦੇ ਆ। ਇੱਥੇ ਹੈਗੇ ਆ ਜਿਨ੍ਹਾਂ ਨੂੰ ਆਪਣਾ ਕਹਿੰਦਾ ਮੈਂ ਰਸੂਲ ਹਾਂ ਜੀ, ਦੂਸਰੇ ਪਾਸੇ ਕਹਿੰਦਾ ਮੈਂ ਪਿਤਾ ਹਾਂ ਜੀ, ਤੀਸਰੇ ਪਾਸੇ ਕਹਿੰਦਾ ਭਵਿੱਖਬਾਣੀ ਮੇਰੇ ਹੱਥ ਦੇ ਵਿੱਚ ਹੈ ਜੀ। ਅਜਿਹੇ ਲੋਕਾਂ ਤੋਂ ਸਾਵਧਾਨ। ਬਾਈਬਲ ਦੇ ਵਿੱਚ ਕੀ ਲਿਖਿਆ ਹੈ? ਜਦੋਂ ਤੁਸੀਂ ਕਰੰਥੀਆਂ ਦਾ ਪਹਿਲਾ ਕਰੰਥੀਆਂ 13 ਅਧਿਆਏ ਉਸ ਦੇ ਵਿੱਚ ਜਾ ਕੇ ਜਦੋਂ ਤੁਸੀਂ ਪੜ੍ਹੋਗੇ, ਮੈਂ ਉਹ ਪੜ੍ਹ ਹੀ ਦਿੰਦਾ ਹਾਂ ਤੁਹਾਡੇ ਲਈ। ਪਹਿਲਾ ਕਰੰਥੀਆਂ 13 ਅਧਿਆਏ ਉਸ ਦੇ ਵਿੱਚ ਪਰਮੇਸ਼ਵਰ ਦਾ ਦਾਸ ਪੌਲਸ ਬੜੀ ਗੰਭੀਰ ਗੱਲ ਕਹਿ ਰਿਹਾ ਹੈ, ਉਹ ਵੀ ਮੈਂ ਆਪ ਦੇ ਲਈ ਇੱਥੇ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ 8 ਆਇਤ ਦੇ ਵਿੱਚ, ਪ੍ਰੇਮ ਕਦੇ ਟਲਦਾ ਨਹੀਂ, ਪਰ ਭਾਵੇਂ ਅਗੰਮ ਵਾਕ ਹੋਣ ਉਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਉਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ। 3 ਗੱਲਾਂ ਇੱਥੇ ਲਿਖੀਆਂ ਹੋਈਆਂ ਜਿਹੜੀਆਂ ਕਿ ਅਸੀਂ ਇਹ ਸਮਝਦੇ ਹਾਂ ਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਇਹ ਅੱਜ ਦੇ ਸਮੇਂ ਦੇ ਵਿੱਚ ਪੌਲਸ ਰਸੂਲ ਨੇ ਪਹਿਲਾਂ ਤੋਂ ਹੀ ਲਿਖ ਦਿੱਤੀਆਂ ਸੀ। ਕੀ ਕਹਿੰਦਾ ਹੈ? ਭਾਵੇਂ ਅਗੰਮ ਵਾਕ ਹੋਣ ਮੁੱਕ ਜਾਣਗੇ, ਭਵਿੱਖਬਾਣੀਆਂ ਜਿਹੜੀਆਂ ਕਰਦੇ ਆ ਕਹਿੰਦਾ ਮੁੱਕ ਜਾਣਗੇ। ਫਿਰ ਅੱਗੇ ਕਹਿੰਦਾ ਬੋਲੀਆਂ ਜਾਂਦੀਆਂ ਰਹਿਣਗੀਆਂ, ਇੱਕੋ ਹੀ ਭਾਸ਼ਾ ਹੋਵੇਗੀ। ਹੁਣ ਬੋਲੀਆਂ ਬਹੁਤ ਹੈ ਬੋਲੀ ਦਾ ਮਤਲਬ ਕਿਹੜੀ ਬੋਲੀ ਹੈ? ਪੰਜਾਬੀ ਬੋਲੀ ਹੈ, ਹਿੰਦੀ ਬੋਲੀ ਹੈ, ਇੰਗਲਿਸ਼ ਬੋਲੀ ਹੈ, ਕੰਨੜ ਬੋਲੀ ਹੈ, तेलुगु बोली है, मलयालम बोली है, कर्नाटक बोली है, उड़िया बोली है। वर्ल्ड दे विच 2775 जड़ियां है लिखत दे विच आ रही ते 6000 कुछ बोलण दे विच आ रही बोलियां। ते इन्हां बोलियां नूं कौन समझ सकता है? कौन इन्हां नूं जान सकता है? परमेश्वर दा आत्मा। और परमेश्वर दे आत्मा तुसी देखिया होवेगा अपने अपने चर्चा दे विच, जे कोई किसी जगह तो आया है, कोई अमरीका तो आंदा है, कोई कनेडा तो आंदा है, कोई जापान तो आंदा है, कोई आस्ट्रेलिया तो आंदा है, कोई न्यूजीलैंड तो आंदा है, कोई कोरिया तो आंदा है, वो सारियां दी बोली इंग्लिश के नाल परपेट की जाती है और दूसरा बंदा उसका ट्रांसलेट करता है। इन इंडिया अगर कोई बंदा अपना बाहरों आता है इंग्लिश के विच बोलता है तो मलयालम बोलण वाला उस दा इंग्लिश का मलयालम दे विच ट्रांसलेट करता है, अते जे कोई कन्नड़ दे विच अपना गया है तो वो अपना इंग्लिश चों कन्नड़ दे विच बोलदा। अगर पंजाब दे विच आया है तो वो अपना इंग्लिश चों पंजाबी दे विच ट्रांसलेट करता है। ये परमेश्वर दे वरदान भी है और ये बोलियां है, भाषावां है। लोग कन्फ्यूज होए है, वो कहते हैं पवित्र आत्मा एक अपना भाषा है, एक बोली है। दैट इज रॉन्ग, गलत है। परमेश्वर ने इन्हां बोलियां दे विच साडे विच समझ दा आत्मा दिता है कि असी जो भी भाषा बोली जाए या लिखी जाए किसी भी तरह उन्होंने असी समझ सकीए। एक कन्फ्यूज करने वाली गल्लां इस करके इत्थे साफ तौर ते लिखिया है कि झूठे रसूल अते वल छल करन वाले हन, अपने आप नूं मसीह दे रसूला रूप विच बिठाउंदे हैं। अते इह अचरज दी गल नहीं, क्यों जो शैतान भी अपने रूप नूं चानण दे दूत रूप विच बिठाउंदा है। इसलिए जो ओदे सेवक अपने रूप नूं धर्म दे सेवकां दे रूप विच बिठाउंदे हन तां कोई वड्डी गल नहीं है। प्यारो भटकना नहीं है, कन्फ्यूज नहीं होना। जे कोई अपने आप नूं रसूल कह रहा है तां गलत है, जे कोई अपने आप नूं पिता कह रहा है गलत है।
ਬਾਈਬਲ ਦੇ ਵਿੱਚ ਲਿਖਿਆ ਹੈ, ਜਦੋਂ ਤੁਸੀਂ ਮਤੀ ਰਚੀ ਸੁਸਮਾਚਾਰ ਉਸ ਦਾ 23 ਅਧਿਆਇ ਉਸ ਦੀ 8 ਆਇਤ ਪੜੋਗੇ ਤਾਂ ਉੱਥੇ ਲਿਖਿਆ ਹੈ, ਨਾ ਤਾਂ ਤੁਸੀਂ ਗੁਰੂ ਕਹਾਣਾ ਨਾ ਸਵਾਮੀ ਖਵਾਣਾ, ਕਿਉਂਕਿ ਤੁਹਾਡਾ ਇੱਕੋ ਹੀ ਗੁਰੂ ਹੈ ਔਰ ਤੁਸੀਂ ਆਪੋ ਵਿੱਚ ਭਾਈ ਭੈਣ ਹੋ। ਸਾਨੂੰ ਭਾਈ ਭੈਣ ਦਾ ਦਰਜਾ ਦਿੱਤਾ ਗਿਆ ਹੈ। ਅਗਰ ਇਸ ਤੋਂ ਇਲਾਵਾ ਕੋਈ ਹੋਰ ਆਪਣੇ ਆਪ ਨੂੰ ਵਚਨ ਦੇ ਤਹਿਤ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਜਾਂ ਇਸ ਤਰ੍ਹਾਂ ਦੀ ਗੱਲ ਦੇ ਪ੍ਰਤੀ ਤੁਹਾਨੂੰ ਜ਼ੋਰ ਦਿੰਦਾ ਹੈ ਤਾਂ ਸਮਝ ਲੈਣਾ ਉਹ ਝੂਠ ਦਾ ਆਤਮਾ ਹੈ, ਝੂਠੀ ਸਿੱਖਿਆ ਦੇਣ ਵਾਲਾ ਹੈ। ਬਾਈਬਲ ਤੁਹਾਡੇ ਹੱਥਾਂ ਦੇ ਵਿੱਚ ਹੈ, ਇਸ ਨੂੰ ਪੜ੍ਹੋ। ਜੋ ਪ੍ਰਚਾਰ ਕਰ ਰਿਹਾ ਕਿ ਸਹੀ ਹੈ, ਬਾਈਬਲ ਦੇ ਵਿੱਚ ਹਾਂ ਕਈ ਆਂਦੇ ਆ ਖੜੇ ਹੋ ਜਾਂਦੇ ਆ, ਬਾਈਬਲ ਦਾ ਯੂਜ਼ ਨਹੀਂ ਕਰਦੇ, ਬਾਈਬਲ ਨੂੰ ਸਾਹਮਣੇ ਨਹੀਂ ਰੱਖਦੇ, ਉਹ ਗਲਤ ਹੈ। ਇਸ ਲਈ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਉਹ ਪਵਿੱਤਰ ਹੈ, ਖਾਲਸ ਹੈ। ਉਸ ਨੂੰ ਖਾਲਸ ਦੇ ਵਿੱਚ ਯੂਜ਼ ਕਰਨ ਦੀ ਜ਼ਰੂਰਤ ਹੈ। ਜਿਹੜਾ ਇਸ ਤਰ੍ਹਾਂ ਦੇ ਆਪਣਾ ਕਾਰਜਾਂ ਦੇ ਲਈ ਆਪਣੇ ਆਪ ਨੂੰ ਯੂਜ਼ ਕਰਦਾ ਹੈ, ਬਾਈਬਲ ਕਹਿੰਦੀ ਹੈ ਬੀ ਕੇਅਰਫੁਲ, ਤੁਸੀਂ ਭਰਮਾਏ ਨਾ ਜਾਓ, ਤੁਹਾਡੀ ਜ਼ਿੰਦਗੀ ਨਾਸ਼ ਨਾ ਹੋ ਜਾਵੇ। ਅੱਗੇ ਉਹ ਕਹਿੰਦਾ ਹੈ ਕਿ ਆਖਰ ਦੇ ਦਿਨਾਂ ਦੇ ਵਿੱਚ ਅਨੇਕ ਝੂਠੇ ਨਬੀ ਉੱਠ ਖੜੇ ਹੋਣਗੇ, ਪਰ ਸਾਨੂੰ ਪਵਿੱਤਰ ਆਤਮਾ ਦਾ ਮਸਾ ਦਿੱਤਾ ਗਿਆ ਹੈ। ਭਾਵ ਸਾਨੂੰ ਪਵਿੱਤਰ ਬਾਈਬਲ ਦਿੱਤੀ ਗਈ ਹੈ ਕਿ ਅਸੀਂ ਉਹਨਾਂ ਦੇ ਝੂਠੇ ਆਪਣਾ ਵਚਨਾਂ ਨੂੰ, ਝੂਠੀ ਸਿੱਖਿਆ ਨੂੰ ਅਤੇ ਭਰਮਾਉਣ ਵਾਲੇ ਕੰਮਾਂ ਨੂੰ ਅਤੇ ਦਾਅਵਿਆਂ ਨੂੰ ਇਸ ਦੇ ਵਿੱਚ ਦੇਖ ਸਕੀਏ ਸਹੀ ਹੈ ਜਾਂ ਗਲਤ। ਉਹ ਪਵਿੱਤਰ ਆਤਮਾ ਇੰਟਰਨਲੀ ਸਾਡੀ ਮਦਦ ਕਰਦਾ ਹੈ, ਸਾਨੂੰ ਗਾਈਡ ਕਰਦਾ ਹੈ, ਕਿਉਂਕਿ ਉਹ ਸਾਨੂੰ ਪਰਮੇਸ਼ਰ ਪੁੱਤਰ ਨੇ ਆਪਣੇ ਲਹੂ ਦੇ ਕੇ ਜਦੋਂ ਅਸੀਂ ਉਸ ਦੇ ਉੱਤੇ ਸਵੀਕਾਰ ਕਰਦੇ ਹਾਂ, ਸਾਨੂੰ ਮੁਫਤ ਦੇ ਵਿੱਚ ਦਿੱਤਾ ਹੋਇਆ ਹੈ। ਉਸ ਦੇ ਲਈ ਕੋਈ ਕੀਮਤ ਨਹੀਂ ਦਿੱਤੀ। ਮੈਂ ਆਪਣੇ ਜ਼ਿੰਦਗੀ ਦੇ ਬਹੁਤ ਸਾਰੇ ਤਜਰਬੇ ਆਪ ਨੂੰ ਦੱਸ ਸਕਦਾ ਹਾਂ, ਜਿੱਥੇ ਪਰਮੇਸ਼ਵਰ ਨੇ ਮੈਨੂੰ ਗਲਤ ਫੈਸਲੇ ਲੈਣ ਤੋਂ ਮੇਰੀ ਮਦਦ ਕੀਤੀ ਹੈ, ਜਿੱਥੇ ਪਰਮੇਸ਼ਵਰ ਨੇ ਬਹੁਤ ਸਾਰੇ ਅਜਿਹੇ ਭਾਈਆਂ ਤੋਂ ਸੁਚੇਤ ਹੋਣ ਦੇ ਲਈ ਮਦਦ ਕੀਤੀ ਹੈ, ਜਿਹੜੇ ਸਾਡੇ ਜੀਵਨ ਨੂੰ, ਸਾਡੀ ਮਿਨਿਸਟਰੀ ਨੂੰ, ਸਾਡੇ ਪਰਿਵਾਰ ਨੂੰ ਨਸ਼ਟ ਕਰਨ ਦੀ ਵਿਉਂਤ ਦੇ ਨਾਲ ਆਏ। ਮੇਰੇ ਕੋਲ ਬਹੁਤ ਸਾਰੇ ਇਹੋ ਜਿਹੇ ਤਜਰਬੇ ਹੈ, ਜਿਨ੍ਹਾਂ ਨੇ ਪੈਸੇ ਦੇ ਰੁਤਬੇ ਦੇ ਨਾਲ, ਜਿਨ੍ਹਾਂ ਨੇ ਆਪਣੇ ਆਪ ਦੇ ਅਹੁਦੇ ਦੇ ਨਾਲ ਇਸ ਪਰਮੇਸ਼ਰ ਦੇ ਵਚਨ ਨੂੰ ਬਦਲਣ ਦੇ ਲਈ ਸਾਡੇ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ। ਅਜਿਹੇ ਬਹੁਤ ਸਾਰੇ ਤਜਰਬੇ ਆ। ਇੱਕ ਭਰਾ, ਬਾਈਬਲ ਦੇ ਵਿੱਚ ਲਿਖਿਆ ਹੈ, ਕਿਹੜਾ ਬੰਦਾ ਪ੍ਰਚਾਰ ਕਰ ਸਕਦਾ ਹੈ ਜਿਹੜਾ ਇੱਕੋ ਪਤੀ ਦਾ ਪਤੀ ਹੋਵੇ, ਜਿਹਦੇ ਬੱਚੇ ਅਧੀਨ ਹੋਣ, ਜਿਹੜਾ ਪਰਮੇਸ਼ਵਰ ਦੇ ਕਾਰਜ ਨੂੰ ਸੱਚ ਦੇ ਨਾਲ ਕਰਦਾ ਹੋਵੇ, ਜਿਹੜਾ ਸਭਨਾਂ ਦੇ ਨਾਲ ਪਿਆਰ ਕਰਦਾ ਹੋਵੇ, ਜਿਹੜਾ ਚੇਤਾਵਨੀ ਪਰਮੇਸ਼ਵਰ ਦੇ ਵਚਨ ਤੋਂ ਦਿੰਦਾ ਹੋਵੇ, ਜਿਹੜਾ ਸੱਚ ਦਾ ਕਲਾਮ ਸੱਚ ਦੇ ਰਾਹੀਂ ਪ੍ਰਗਟ ਕਰਦਾ ਹੋਵੇ, ਜਿਹੜਾ ਪਰਮੇਸ਼ਵਰ ਦਾ ਭੈ ਮੰਨਦਾ ਹੋਵੇ, ਜਿਹੜਾ ਪਰਮੇਸ਼ਰ ਦੀ ਪਵਿੱਤਰਤਾ ਦੇ ਵਿੱਚ ਜਿੰਦਾ ਹੋਵੇ, ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਦੀ ਧਾਰਮਿਕਤਾ ਦੇ ਨਾਲ ਲੈਸ ਹੋਵੇ, ਜਿਸ ਦੇ ਪੈਰਾਂ ਦੇ ਵਿੱਚ, ਜਿਸ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਅੰਜੀਲ ਹੋਵੇ, ਉਹ ਸੱਚਾ ਪ੍ਰਚਾਰ ਕਰ ਸਕਦਾ ਹੈ। ਉਹ ਸੱਚੇ ਪ੍ਰਚਾਰਕ ਦੀ ਪਛਾਣ ਵਿੱਚ ਪਛਾਣਿਆ ਜਾਂਦਾ ਹੈ। ਪਿਆਰੋ, ਇੱਦਾਂ ਦੇ ਬਹੁਤ ਸਾਰੇ ਹੈ ਜਿਹੜੇ ਤੁਹਾਨੂੰ ਭਰਮਾਉਣ ਦੇ ਲਈ ਤੁਹਾਡੇ ਕੋਲ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕਰਨਗੇ, ਤੁਹਾਡੇ ਚਰਚਸ ਦੇ ਵਿੱਚ ਆਉਣਗੇ, ਤੁਹਾਡੇ ਨਾਲ ਬਹੁਤ ਸਾਰੀਆਂ, ਜ਼ਿਆਦਾਤਰ ਸ਼ੈਤਾਨ ਕੀ ਕਰਦਾ, ਇਸ ਯੁੱਗ ਦਾ ਈਸ਼ਵਰ ਭੌਤਿਕ ਗੱਲਾਂ ਦੇ ਨਾਲ ਭਰਮਾ ਕੇ ਆਤਮਿਕ ਸਿੱਖਿਆ ਤੋਂ ਦੂਰ ਲੈ ਜਾਂਦਾ ਹੈ। ਅਜਿਹੇ ਪ੍ਰਚਾਰਕ ਤੁਹਾਡੇ ਕੋਲ ਬਹੁਤ ਆਉਣਗੇ। ਜਿਹੜਾ ਆਤਮਿਕ ਸਿੱਖਿਆ ਲੈ ਕੇ ਆਉਂਦਾ ਹੈ ਔਰ ਆਤਮਿਕ ਸਿੱਖਿਆ ਦਿੰਦਾ ਹੈ, ਉਸ ਦੇ ਵਚਨ ਦੇ ਵਿੱਚ ਪਰਮੇਸ਼ਰ ਦੀ ਸਮਰੱਥ ਪ੍ਰਗਟ ਹੁੰਦੀ ਹੈ। ਮੈਂ ਦੇਖਿਆ ਬਹੁਤ ਸਾਰੇ ਲੋਕ ਜਦੋਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਇਸ ਯੁੱਗ ਦਾ ਈਸ਼ਵਰ ਉਹਨਾਂ ਦੇ ਉੱਤੇ ਦਬਾਅ ਪਾਉਂਦਾ, ਉਹ ਸੋ ਜਾਂਦੇ, ਅਸਲੀ ਗੱਲ ਨਿਕਲ ਜਾਂਦੀ। ਫਿਰ ਬਾਅਦ ਚ ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਤਾਂ ਬਹੁਤ ਵਧੀਆ ਸੀ, ਜਿਹੜੇ ਸੁੱਤੇ ਸੀ ਮੈਨੂੰ ਤਾਂ ਪਸੰਦ ਨਹੀਂ ਆਇਆ। ਕਿਉਂ ਪਸੰਦ ਨਹੀਂ? ਕਿਉਂਕਿ ਸੁੱਤਾ ਰਹਿ ਗਿਆ, ਅਸਲੀ ਗੱਲ ਸੁਣੀ ਨਹੀਂ। ਪਿਆਰੋ, ਅਜਿਹੇ ਲੋਕਾਂ ਤੋਂ ਵੀ ਕੇਅਰਫੁਲ, ਸਾਵਧਾਨ ਰਹਿਣਾ ਹੈ। ਔਰ ਅਜਿਹੇ ਲੋਕ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਤੁਹਾਡੇ ਜੀਵਨ ਦੇ ਵਿੱਚ
ਕਰਦੀਆਂ। ਪਰ ਮੇਰਾ ਆਤਮਾ ਜਿਹੜਾ ਹੈ ਮੈਨੂੰ ਕਹਿੰਦਾ ਉਸ ਤੇ ਵਿਸ਼ਵਾਸ ਨਾ ਰੱਖ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਉੱਥੇ ਕੁਝ ਗਲਤ ਹੈ। ਅਤੇ ਇਸ ਤਰ੍ਹਾਂ ਨਾਲ ਪਰਮੇਸ਼ਵਰ ਨੇ ਮੈਨੂੰ ਅਨੇਕਾਂ ਗਲਤ ਕੰਮਾਂ ਤੋਂ ਬਚਾਇਆ। ਉਹਨਾਂ ਦੇ ਕੋਲ ਕਈ ਚੰਗੀਆਂ ਕਿਤਾਬਾਂ ਸਨ, ਬਹੁਤ ਸਾਰਾ ਉਹਨਾਂ ਕੋਲ ਸਮਾਨ ਅਤੇ ਸਮੱਗਰੀ ਪਈ ਹੈ, ਉਹ ਬਹੁਤ ਪਿਆਰ ਦਿਖਾਉਂਦੇ ਹਨ, ਪਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹਨਾਂ ਵਿੱਚ ਕੁਝ ਗਲਤ ਹੈ। ਮੈਂ ਆਪਣਾ ਇੱਕ ਗੱਲ ਦੱਸਣਾ ਚਾਹੁੰਦਾ। ਮੈਨੂੰ ਇੱਕ ਜਗ੍ਹਾ ਦੇ ਵਿੱਚ ਮੈਂ ਪ੍ਰਚਾਰ ਕਰਨ ਗਿਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਬ੍ਰਦਰ ਤੁਹਾਡੇ ਨਾਲ ਪੂਰੀ ਤਰ੍ਹਾਂ ਨਾਲ ਸੇਵਾ ਕਰਾਂਗੇ, ਜਿੱਦਾਂ ਤੁਸੀਂ ਕਹਿੰਦੇ ਉੱਦਾਂ ਕਰਾਂਗੇ, ਤੇ ਤੁਸੀਂ ਸਾਨੂੰ ਸਿੱਖਿਆ ਦਿਓ। ਮੈਂ ਸਿੱਖਿਆ ਦੇਣ ਲੱਗ ਗਿਆ ਔਰ ਕੁਝ ਸਮੇਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਭਾਈ ਦਾ ਦੂਸਰਾ ਵਿਆਹ ਹੋਇਆ ਹੈ। ਅਤੇ ਜਦੋਂ ਉਸ ਦੂਸਰੇ ਵਿਆਹ ਦੀ ਮੈਂ ਗੱਲ ਸੁਣੀ ਤਾਂ ਮੈਂ ਸੋਚਿਆ ਕਿ ਸ਼ਾਇਦ ਪਹਿਲੀ ਪਤਨੀ ਜਿਹਦਾ ਮਰ ਗਈ ਉਸਤੇ ਤਰ੍ਹਾਂ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਉਹਦਾ ਵੀ ਡਿਵੋਰਸ ਹੋਇਆ ਹੈ। ਤਾਂ ਮੈਂ ਇਹ ਗੱਲ ਆਪਣਾ ਸਾਫ਼ ਰੀਤੀ ਨਾਲ ਉਸ ਭਾਈ ਨੂੰ ਆਖੀ, ਭਾਈ ਜਿਹੜਾ ਡਾਈਵੋਰਸ ਪਰਸਨ ਹੈ ਉਹ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਨਹੀਂ ਕਰ ਸਕਦਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਮੈਂ ਡਿਵੋਰਸ ਨਾਮ ਤੋਂ ਘਿਰਣਾ ਕਰਦਾ ਹਾਂ, ਮੈਨੂੰ ਬਹੁਤ ਨਫ਼ਰਤ ਹੈ। ਤਾਂ ਅਜਿਹੇ ਵਿਅਕਤੀ ਨੂੰ ਮੈਂ ਪ੍ਰਵਾਨਗੀ ਨਹੀਂ ਦੇ ਸਕਦਾ ਕਿ ਉਹ ਪਰਮੇਸ਼ਰ ਦੇ ਵਚਨ ਨੂੰ। ਕਈ ਆਪਣਾ ਇਹੋ ਜਿਹੇ ਬੰਦੇ ਵੀ ਮੈਨੂੰ ਮਿਲੇ ਹੈ ਜਿਨ੍ਹਾਂ ਨੇ ਅਬੋਰਸ਼ਨ ਕਰਵਾਇਆ ਹੈ, ਜਿਨ੍ਹਾਂ ਨੇ ਅਬੋਰਸ਼ਨ ਕਰਵਾਇਆ ਹੈ ਉਹ ਵੀ ਪਰਮੇਸ਼ਰ ਦੀ ਸੇਵਾ ਨਹੀਂ ਕਰ ਸਕਦੇ। ਜਿਨ੍ਹਾਂ ਦੇ 2 ਵਿਆਹ ਹੋਇਆ ਉਹ ਵੀ ਆਪਣਾ ਪਰਮੇਸ਼ਰ ਦਾ ਵਚਨ ਨਹੀਂ ਦੇ ਸਕਦੇ। ਅਜਿਹੇ ਲੋਕਾਂ ਤੋਂ ਪਰਮੇਸ਼ਰ ਦਾ ਵਚਨ ਕਹਿੰਦਾ ਮੈਂ ਘਿਣ ਕਰਦਾ ਹਾਂ। ਉਹ ਪਿਆਰ ਤਾਂ ਬਹੁਤ ਦਿਖਾਉਂਦੇ ਆ ਕਿ ਮੈਨੂੰ ਆਪਣਾ ਇਸ ਤਰ੍ਹਾਂ, ਪਰ ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ, ਇੱਥੇ ਸਾਫ਼ ਰੀਤੀ ਨਾਲ ਲਿਖਿਆ, ਤੁਸੀਂ ਅਜਿਹੇ ਲੋਕਾਂ ਦੇ ਨਾਲ ਸੰਗਤ ਨਾ ਕਰਨੀ। ਉਹਨਾਂ ਨੂੰ ਵਚਨ ਸਿਖਾਓ, ਉਹਨਾਂ ਨੂੰ ਕਹੋ ਵਚਨ ਬੈਠ ਕੇ ਸਿੱਖੋ, ਪਰ ਤੁਸੀਂ ਪਰਮੇਸ਼ਰ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਖੜਾ ਹੋ ਕੇ ਸਿੱਖਿਆ ਨਹੀਂ ਦੇ ਸਕਦੇ। ਇਸ ਲਈ ਪਰਮੇਸ਼ਰ ਨੇ ਮੈਨੂੰ ਅਜਿਹੇ ਲੋਕਾਂ ਤੋਂ ਬਚਾਇਆ। ਤੁਸੀਂ ਪਵਿੱਤਰ ਆਤਮਾ ਨੂੰ ਆਪਣੇ ਉੱਤੇ ਪੂਰਾ ਕਬਜ਼ਾ ਕਰ ਲੈਣ ਦਿਓ ਤਾਂ ਉਹ ਤੁਹਾਨੂੰ ਝੂਠੇ ਉਪਦੇਸ਼ਕਾਂ ਤੋਂ ਬਚਾਵੇਗਾ, ਕਿਉਂਕਿ ਕਈ ਅਜਿਹੇ ਚਾਲਾਕ ਹੁੰਦੇ ਹਨ ਕਿ ਉਹ ਸਿਖਾਉਂਦੇ ਹਨ ਕਿ ਪਾਲਣ ਕਰਦੇ ਹਨ, ਉਸ ਨੂੰ ਤੁਸੀਂ ਆਪਣੇ ਆਪ ਕਦੇ ਵੀ ਨਹੀਂ ਜਾਣ ਸਕੋਗੇ। ਸਾਡੀ ਸੁਰੱਖਿਆ ਅਤੇ ਰਖਵਾਲੀ ਦੇ ਲਈ ਪਰਮੇਸ਼ਰ ਦੁਆਰਾ ਸਾਨੂੰ ਦਿੱਤੇ ਗਏ ਪਵਿੱਤਰ ਆਤਮਾ ਦੀ ਵਡਿਆਈ ਕਰੋ, ਉਸਤਤ ਕਰੋ, ਮਹਿਮਾ ਕਰੋ ਜੋ ਉਸਨੇ ਸਾਨੂੰ ਦਿੱਤਾ ਹੈ। ਇਸੇ ਲਈ ਮੇਰਾ ਵਿਸ਼ਾ ਹੈ ਸੀ ਸਾਡੀ ਸੁਰੱਖਿਆ ਅਤੇ ਸਿੱਖਿਆ ਦੇ ਲਈ ਪਰਮੇਸ਼ਰ ਦੇ ਰਾਹੀਂ ਸਾਨੂੰ ਦਿੱਤਾ ਗਿਆ ਪਵਿੱਤਰ ਆਤਮਾ। ਇਸੇ ਲਈ ਦਿੱਤਾ ਗਿਆ ਹੈ ਕਿ ਅਸੀਂ ਝੂਠੇ ਸਿੱਖਿਅਕ ਅਤੇ ਝੂਠੇ ਉਪਦੇਸ਼ਕਾਂ ਅਤੇ ਝੂਠੇ ਰਸੂਲਾਂ ਅਤੇ ਝੂਠੇ ਆਪਣਾ ਨਵੀਆਂ ਦੇ ਉਹਨਾਂ ਵਾਕਿਆਵਾਂ ਤੋਂ, ਉਹਨਾਂ ਦੇ ਉਪਦੇਸ਼ਾਂ ਤੋਂ ਆਪਣੇ ਆਪ ਨੂੰ ਇਸ ਸੰਸਾਰ ਦੇ ਵਿੱਚ ਬਚਾਉਂਦੇ ਹੋਏ ਆਪਣੀ ਜਿਉਂਦੀ ਆਸੀ ਸੁਰੱਖਿਆ ਦੇ ਵਿੱਚ ਅਸੀਂ ਬਣੇ ਰਹੀਏ ਅਤੇ ਜਦੋਂ ਆਵੇ ਤਾਂ ਅਸੀਂ ਉਸ ਦੇ ਨਾਲ ਬਦਲਾਂ ਵਿੱਚ ਉਠਾਏ ਜਾਈਏ। ਪਰਮੇਸ਼ਰ ਇਸ ਤਰ੍ਹਾਂ ਹੋਣ ਦੇ ਲਈ ਸਾਡੀ ਮਦਦ ਕਰੇ। ਜੈ ਮਸੀਹ ਦੀ।